ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਨੋਟਬੰਦੀ ਪਹਿਲਾਂ ਵੀ ਹੋਈ, ਜਿੱਦਾਂ ਸਾਡੇ ਸਾਰਿਆਂ ਦੇ ਸਿਰ ਦੇ ਉੱਤੇ ਬਹੁਤ ਵੱਡਾ ਭਾਰ ਹੈ। ਆਮ ਜਨਤਾ ਦੀ ਇਹ ਆਵਾਜ਼ ਹੈ। ਹੁਣ ਫਿਰ ਐਲਾਨ ਹੋਇਆ ਕਿ 2000 ਰੁਪਏ ਦਾ ਨੋਟ ਬੰਦ ਕਰ ਦਿੱਤਾ ਜਾਏਗਾ। ਲੀਗਲ ਟੈਂਡਰ ਰਹੇਗਾ ਇਹ 30 ਸਤੰਬਰ ਤੱਕ, ਤੇ 30 ਸਤੰਬਰ ਤੋਂ ਬਾਅਦ ਇਹ ਨੋਟ ਸਰਕੂਲੇਸ਼ਨ ਦੇ ਵਿੱਚ ਨਹੀਂ ਰਹੇਗਾ। 23 ਮਈ ਤੋਂ ਲੈ ਕੇ 30 ਸਤੰਬਰ ਤੱਕ ਜਿਨ੍ਹਾਂ ਕੋਲ ਵੀ 2000 ਦੇ ਨੋਟ ਨੇ ਉਹ ਜਾ ਕੇ ਬੈਂਕ ਦੇ ਵਿੱਚ ਐਕਸਚੇਂਜ ਕਰਵਾ ਸਕਦੇ ਨੇ। ਸੋ ਇਹ RBI ਵੱਲੋਂ, ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਇੰਸਟਰਕਸ਼ਨਸ ਆ ਚੁੱਕੀਆਂ ਨੇ ਔਰ ਇੱਕ ਵਾਰੀ ਦੇ ਵਿੱਚ ਤੁਸੀਂ 20000 ਰੁਪਈਆ ਐਕਸਚੇਂਜ ਕਰਵਾ ਸਕਦੇ ਹੋ। ਸੋ ATM ਦੇ ਵਿੱਚ ਇਹ ਨੋਟ ਅਵੇਲੇਬਲ ਰਹਿਣਗੇ ਕਿ ਨਹੀਂ ਰਹਿਣਗੇ, ਇਹਦੇ ਬਾਰੇ ਹਜੇ ਕੁਝ ਕਲੈਰਿਟੀ ਨਹੀਂ ਹੈ। ਜਿੱਥੋਂ ਤੱਕ ਅਨੁਮਾਨ ਹੈ ਕਿ ਹੁਣ 2000 ਦਾ ਨੋਟ ATM ਦੇ ਵਿੱਚ ਨਹੀਂ ਹੋਏਗਾ ਸਰਕੂਲੇਸ਼ਨ ਦੇ ਵਿੱਚ। ਤੇ ਦੂਜੀ ਗੱਲ ਕਿ ATM ਦੇ ਨਾਲ ਆਧਾਰ ਕਾਰਡ ਤੇ ਪੈਨ ਕਾਰਡ ਇਹ ਸਾਨੂੰ ਚਾਹੀਦਾ ਹੋਏਗਾ ਐਕਸਚੇਂਜ ਵਾਸਤੇ ਜਾਂ ਨਹੀਂ ਚਾਹੀਦਾ ਹੋਏਗਾ, ਇਹ ਵੀ ਹਜੇ ਤੱਕ ਗੱਲ ਕਲੀਅਰ ਨਹੀਂ ਹੋਈ। ਬਟ ਐਕਸਚੇਂਜ 23 ਮਈ ਤੋਂ ਸ਼ੁਰੂ ਹੋਣ ਵਾਲੇ ਨੇ। ਸੋ ਇਹ ਸਾਰੀਆਂ ਗੱਲਾਂ ਸਾਡੇ ਸਾਹਮਣੇ ਨੇ। 6 ਸਾਲ ਦੀ ਸਰਕੂਲੇਸ਼ਨ ਤੋਂ ਬਾਅਦ 2000 ਦਾ ਨੋਟ ਇਹ ਬੰਦ ਕਰ ਦਿੱਤਾ ਗਿਆ। ਪਹਿਲਾਂ 500 ਦਾ ਨੋਟ ਵੀ ਬੰਦ ਹੋਇਆ ਸੀ, ਅਸੀਂ ਸਾਰੇ ਜਾਣਦੇ ਹਾਂ, ਤੇ 2000 ਰੁਪਏ ਦਾ ਨੋਟ ਸਰਕੂਲੇਸ਼ਨ 'ਚ ਆਇਆ ਸੀ। ਹੁਣ ਅੱਗੇ ਕੀ ਹੋਣਾ ਹੈ, ਇਹਦੇ ਕਾਰਨ ਕੀ ਨੇ, ਇਹ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਗੁਰਮੀਤ ਪਲਾਹੀ ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਚਰਚਾ ਦੇ ਵਿੱਚ। ਮਿਹਰਬਾਨੀ, ਸ਼ੁਕਰੀਆ ਜੀ ਸੰਜੀਵ ਜੀ। ਜੀ ਪਲਾਹੀ ਸਾਹਿਬ, ਮੈਂ ਥੋੜੀ ਜੀ ਭੂਮਿਕਾ ਬਦਲਣਾ ਚਾਹੁੰਦਾ ਕਿ ਇਹ ਅਕਸਰ ਚਰਚਾ ਰਹਿੰਦੀ ਹੈ ਕਿ ਸਾਡੇ ਦੇਸ਼ ਦੇ ਵਿੱਚ ਨਾ ਸਭ ਕੁਝ ਕੇਂਦਰੀਕਰਨ ਹੋਈ ਜਾ ਰਿਹਾ ਹੈ, ਸੈਂਟਰਲਾਈਜੇਸ਼ਨ ਹੋ ਜਾ ਰਹੀ ਹੈ, ਤੇ ਜਿਹੜਾ ਸਾਡਾ ਸੰਘੀ ਢਾਂਚਾ ਹੈ, ਫੈਡਰਲਿਜ਼ਮ ਹੈ, ਉਹ ਇਸ ਵਕਤ ਪੂਰੀ ਤਰ੍ਹਾਂ ਨਾਲ ਪ੍ਰੈਕਟੀਕਲੀ ਕੰਮਕਾਰ ਵਿੱਚ ਨਹੀਂ ਹੈ। ਸੰਵਿਧਾਨ ਦੇ ਮੁਤਾਬਿਕ ਜੋ ਸੂਬਿਆਂ ਨੂੰ ਅਧਿਕਾਰ ਮਿਲਦੇ ਨੇ, ਸੂਬੇ ਉਹਨਾਂ ਅਧਿਕਾਰਾਂ ਦਾ ਪ੍ਰਯੋਗ ਨਹੀਂ ਕਰ ਸਕਦੇ ਕਿਉਂਕਿ ਸਭ ਕੁਝ ਕੇਂਦਰੀਕਰਨ ਹੁੰਦਾ ਜਾ ਰਿਹਾ ਹੈ। ਤੇ GST ਲਾਗੂ ਹੋਣ ਤੋਂ ਬਾਅਦ ਸੂਬਿਆਂ ਦੀ ਲਿਮਿਟ ਹੋਰ ਵੀ ਜ਼ਿਆਦਾ ਘਟ ਗਈ ਹੈ। ਸੂਬਿਆਂ ਦੇ ਹੱਥ ਹੁਣ ਕੋਈ ਵੱਧ ਤਾਕਤਾਂ ਨਹੀਂ ਰਹਿ ਗਈਆਂ, ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਹੁੰਦਾ ਜਾ ਰਿਹਾ ਹੈ। ਜਦਕਿ ਸੰਵਿਧਾਨ ਦੇ ਮੁਤਾਬਿਕ ਸਾਨੂੰ ਸੂਬਿਆਂ ਨੂੰ ਬਿਲਕੁਲ ਖੁੱਲ੍ਹਾ ਛੱਡਣਾ ਚਾਹੀਦਾ ਤਾਂ ਕਿ ਉਹ ਆਪਣੀ ਤਾਕਤ ਦਾ ਸਹੀ ਇਸਤੇਮਾਲ ਕਰਨ, ਆਪਣੇ ਅਧਿਕਾਰਾਂ ਦਾ ਸਹੀ ਇਸਤੇਮਾਲ ਕਰਨ, ਆਪਣੇ ਸੂਬੇ ਵਾਸਤੇ ਸਰਕਾਰਾਂ, ਆਪਣੇ ਲੋਕਾਂ ਵਾਸਤੇ ਸਰਕਾਰਾਂ ਜੋ ਸੂਬੇ ਦੀਆਂ ਨੇ ਸਹੀ ਕੰਮ ਕਰਨ ਔਰ ਪੂਰਾ ਕੰਮ ਕਰਨ। ਪਰ ਸਭ ਕੁਝ ਜਦੋਂ ਸੈਂਟਰ ਦੇ ਹੱਥ ਚਲਾ ਜਾਏਗਾ ਤਾਂ ਬਹੁਤ ਕੁਝ ਅਜਿਹੀਆਂ ਚੀਜ਼ਾਂ ਨੇ ਜੋ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਹੋ ਸਕਣਗੀਆਂ, ਇੱਦਾਂ ਮਾਹਿਰ ਮੰਨਦੇ ਨੇ। ਇੱਕ ਇਹ ਵੀ ਹੈ, ਤੇ ਇਹਦੇ ਚੱਲਦੇ ਵੱਖ-ਵੱਖ ਸੰਸਥਾਵਾਂ ਦਾ ਜਿਹੜਾ ਸਟੇਟਸ ਹੈ ਉਹਦੇ ਉੱਤੇ ਵੀ ਪ੍ਰਸ਼ਨ ਚਿੰਨ੍ਹ ਲੱਗਦਾ ਪਿਆ ਕਿ ਵੱਖ-ਵੱਖ ਸੰਸਥਾਵਾਂ ਆਪਣਾ ਕੰਮ ਪੂਰੀ ਤਰ੍ਹਾਂ ਨਹੀਂ ਕਰ ਪਾ ਰਹੀਆਂ। ਇੱਕ ਸੈਂਟਰਲਾਈਜੇਸ਼ਨ ਦਾ, ਫੈਡਰਲਿਜ਼ਮ ਦੇ ਢਾਂਚੇ ਦੇ ਉੱਤੇ ਜਿਹੜਾ ਇੱਕ ਚੋਟ ਪੈ ਰਹੀ ਹੈ, ਉਹਦੇ ਉੱਤੇ ਵੀ ਡਿਬੇਟ ਚੱਲਦੀ ਪਈ ਹੈ। ਸੋ ਇਹ ਤਮਾਮ ਗੱਲਾਂ ਦੇ ਵਿੱਚ ਇਹ 2000 ਦਾ ਨੋਟ ਬੰਦ ਹੋ ਜਾਣਾ, ਇਹ ਸਭ ਕੁਝ ਤੁਸੀਂ ਕਿਸ ਤਰ੍ਹਾਂ ਐਨਾਲਾਈਜ਼ ਕਰਦੇ ਹੋ ਪਲਾਹੀ ਸਾਹਿਬ? ਦੇਖੋ, ਫੈਡਰਲ ਢਾਂਚੇ ਨੂੰ ਜਿਹੜੀ ਸੱਟ ਮਾਰੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ, ਔਰ ਸੂਬਿਆਂ ਦੇ ਵੱਧ ਅਧਿਕਾਰ ਜਿਹੜੇ ਨੇ ਉਹਨਾਂ ਦਾ ਜਿਹੜਾ ਹਨਨ ਹੋ ਰਿਹਾ, ਉਹ ਇੱਕ ਵੱਖਰਾ ਵਿਸ਼ਾ ਹੈ ਜੀ, ਜਿਹਦੇ ਬਾਰੇ ਅਸੀਂ ਵੱਖਰੇ ਤੌਰ ਤੇ ਚਰਚਾ ਕਰ ਸਕਦੇ ਹਾਂ ਜੀ। ਅੱਜ ਦਾ ਵਿਸ਼ਾ ਜੋ ਹੈ ਉਹ ਹੈ ਕਿ ਨੋਟਬੰਦੀ ਜਿਹੜੀ ਹੈ ਉਹ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਆ ਔਰ ਕੇਸ ਮਨਸ਼ਾ ਦੇ ਨਾਲ ਕੀਤੀ ਗਈ ਆ। ਰਿਜ਼ਰਵ ਬੈਂਕ ਨੇ ਕਿਹੜੇ ਪਹਿਲੂ ਜਿਹੜੇ ਨੇ ਸਾਹਮਣੇ ਰੱਖ ਕੇ ਇਸ ਨੂੰ 6 ਸਾਲਾਂ ਬਾਅਦ ਮੁੜ ਕੇ ਉਸ ਨੋਟ ਨੂੰ ਵਾਪਸ ਲੈ ਲਿਆ, ਭਾਵ ਉਸ ਦੀ ਨੋਟਬੰਦੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਕਿ ਆਪਾਂ ਚਰਚਾ ਕਰੀਏ ਕਿ 2000 ਦਾ ਨੋਟ ਕਿਉਂ ਬੰਦ ਹੋਇਆ, ਸਾਨੂੰ ਉਸ ਵੇਲੇ ਦੀ ਗੱਲ ਦੇਖਣੀ ਚਾਹੀਦੀ ਹੈ ਜਿਸ ਵੇਲੇ ਇਸ ਦੀ ਸ਼ੁਰੂਆਤ ਹੋਈ ਸੀ ਔਰ ਪਹਿਲਾ ਨੋਟ ਜਿਹੜਾ ਹੈ ਉਹ ਬੰਦ ਕੀਤਾ ਗਿਆ ਸੀ। ਕਿੰਨੇ ਲੋਕ ਉਸ ਨੋਟਬੰਦੀ ਦੇ ਕਾਰਨ ਲਾਈਨਾਂ ਵਿੱਚ ਖੜੇ ਮਾਰੇ ਗਏ ਸੀ, ਕਿੰਨੇ ਲੋਕਾਂ ਨੂੰ ਆਪਣਾ ਬਿਜ਼ਨਸ ਜਿਹੜਾ ਹੈ ਤਬਾਹ ਹੋਇਆ, ਕਿੰਨੇ ਗ੍ਰਹਿਣੀਆਂ ਜਿਹੜੀਆਂ ਨੇ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਤੰਗੀ ਤੁਰਸ਼ੀ ਦੇ ਦਿਨ ਉਹਨਾਂ ਨੂੰ ਦੇਖਣੇ ਪਏ, ਤੇ ਕਿੰਨੇ ਨੋਟ ਹੋਰ ਜਿਹੜੇ ਨੇ ਹਾਲੇ ਤੱਕ ਵੀ ਘਰਾਂ ਦੇ ਵਿੱਚ ਸੜਦੇ ਗਲਦੇ ਦੇਖੇ ਜਾ ਰਹੇ ਨੇ। 2000 ਦਾ ਨੋਟ ਲਾਗੂ ਕਰਨ ਦਾ ਮਨਸ਼ਾ ਸੀ ਕਿ ਅਸੀਂ ਜਿਹੜਾ 2 ਨੰਬਰ ਦਾ ਪੈਸਾ ਹੈ ਉਸ ਨੂੰ ਬਾਹਰ ਕੱਢਣਾ ਹੈ ਔਰ ਨਵਾਂ ਨੋਟ ਜਾਰੀ ਕਰਕੇ ਅਸੀਂ ਸਾਰਾ ਕੁਝ ਸਰਕੂਲੇਸ਼ਨ ਦੇ ਵਿੱਚ ਲਿਆਉਣਾ ਔਰ ਕਾਲਾ ਧਨ ਜਿਹੜਾ ਹੈ ਉਸ ਨੂੰ ਖਤਮ ਕਰਨ ਦਾ ਯਤਨ ਕਰਨਾ। ਇਹ ਸੀ ਸਟੇਟਮੈਂਟ ਜਿਹੜੀ ਕਿ ਮੋਦੀ ਸਾਹਿਬ ਨੇ
ਰਾਤ ਨੂੰ ਇੱਕ ਦਿਨ ਰਾਤ ਨੂੰ ਅਚਾਨਕ ਹੀ ਦੇ ਦਿੱਤੀ ਸੀ ਔਰ ਇੱਕ ਹਫੜਾ ਦਫੜੀ ਪੂਰੇ ਦੇਸ਼ ਦੇ ਵਿੱਚ ਬਚ ਗਈ ਸੀ। ਤੇ ਅੱਜ ਪਹਿਲਾਂ ਐਡਵਾਂਸ ਤੌਰ ਤੇ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਅਸੀਂ ਇਹ ਨੋਟ ਜਿਹੜਾ ਹੈ ਬੰਦ ਕਰਨ ਜਾ ਰਹੇ ਹਾਂ। ਤੇ ਇਸ ਤੇ ਬੰਦ ਕਰਨ ਦਾ ਕਾਰਨ ਜਿਹੜਾ ਹੈ ਉਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ। ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਗੱਲ ਕਰਾਂਗੇ ਕਿ ਜਦੋਂ ਪਹਿਲਾਂ ਨੋਟਬੰਦੀ ਹੋਈ ਹੈ ਉਦੋਂ ਕਾਫੀ ਵਾਅਦੇ ਕੀਤੇ ਗਏ ਕਿ ਇਹਦੇ ਨਾਲ ਕਾਲਾ ਧਨ ਬਾਹਰ ਆ ਜਾਊਗਾ, ਇਹਦੇ ਨਾਲ ਅੱਤਵਾਦ ਨੂੰ ਜਿਹੜਾ ਸਪਾਂਸਰਸ਼ਿਪ ਮਿਲਦੀ ਹੈ ਉਹ ਸਟਾਪ ਹੋ ਜਾਊਗੀ, ਇਹਦੇ ਨਾਲ ਜਿਹੜੇ ਗੈਂਗਸ ਕੰਮ ਕਰਦੇ ਨੇ ਉਹਨਾਂ ਨੂੰ ਮਨੀ ਫੰਡਿੰਗ ਸਟਾਪ ਹੋ ਜਾਊਗੀ, ਔਰ ਇਹਦੇ ਨਾਲ ਕੀ ਹੋਏਗਾ ਕਿ ਜੋ ਕਰਪਸ਼ਨ ਹੈ ਸਾਡੇ ਸਮਾਜ ਦੇ ਵਿੱਚ ਉਹ ਸਟਾਪ ਹੋ ਜਾਊਗੀ। ਪਰ ਇੱਦਾਂ ਦਾ ਕੁਝ ਦੇਖਣ ਨੂੰ ਨਹੀਂ ਮਿਲਿਆ। ਹਾਂ, ਕਾਫੀ ਸਾਡੇ ਸੁਰੱਖਿਆ ਕਰਨ ਵਾਲੇ ਸਾਡੀਆਂ ਪੁਲਿਸ ਫੋਰਸਿਸ ਨੇ, ਜੇ ਸਾਡੀ ਆਰਮੀ ਹੈ, ਉਹਨੇ ਸਾਡੀ ਸੁਰੱਖਿਆ ਦੇ ਉੱਤੇ ਬਹੁਤ ਕੰਮ ਕੀਤਾ ਔਰ ਇਹ ਸਟਾਪ ਵੀ ਕੀਤੇ ਨੇ, ਜੋ ਐਂਟੀ ਸੋਸ਼ਲ ਐਲੀਮੈਂਟਸ ਨੇ ਉਹਨਾਂ ਨੂੰ ਕਾਬੂ ਵੀ ਕੀਤਾ। ਪਰ ਕਾਲਾ ਧਨ ਤੇ ਕਰਪਸ਼ਨ ਇਹਦੇ ਕੇਸ ਦੇ ਵਿੱਚ ਜਿੱਥੋਂ ਤੱਕ ਮਾਹਿਰ ਮੰਨਦੇ ਨੇ ਅਸੀਂ ਫੇਲ ਰਹੇ ਹਾਂ, ਉਹ ਨਤੀਜੇ ਨਹੀਂ ਆਏ ਜੋ ਸਾਨੂੰ ਮਿਲਣੇ ਚਾਹੀਦੇ ਸੀ। ਸੋ ਜਿਹੜੀ ਪਹਿਲੀ ਨੋਟਬੰਦੀ ਹੋਈ ਹੈ, ਲੋਕਾਂ ਦੀਆਂ ਜਾਨਾਂ ਵੀ ਗਈਆਂ ਕਿਉਂਕਿ ਲਾਈਨਾਂ 'ਚ ਲੱਗੇ ਰਹੇ, ਗਰੀਬ ਆਦਮੀ ਹੀ ਲੱਗੇ ਰਹੇ, ਅਮੀਰ ਆਦਮੀ ਨੂੰ ਕਿਸੇ ਨੇ ਵੀ ਨਹੀਂ ਦੇਖਿਆ ਲਾਈਨਾਂ 'ਚ ਲੱਗੇ ਹੋਏ। ਸੋ ਇਹ तमाम ਜਿਹੜਾ ਰਿਜ਼ਲਟ ਨਿਕਲਿਆ ਹੈ ਪਹਿਲੀ ਨੋਟਬੰਦੀ ਦਾ, ਉਹਨੂੰ ਤੁਸੀਂ ਕਿਸ ਤਰ੍ਹਾਂ ਐਨਾਲਾਈਜ਼ ਕਰਦੇ ਹੋ ਭਲਾਈ ਸਾਹਿਬ? ਦੇਖੋ ਜੀ, ਮੈਂ ਪਹਿਲਾਂ ਹੀ ਚਰਚਾ ਕੀਤੀ ਕਿ ਮੋਦੀ ਸਾਹਿਬ ਨੇ ਉਸ ਨੋਟਬੰਦੀ ਨੂੰ ਸਹੀ ਸਾਬਤ ਕਰਨ ਲਈ ਤੇ ਇਹ ਦੱਸਣ ਲਈ ਕਿ ਇਹ ਬੜਾ ਹੀ ਜ਼ਰੂਰੀ ਸੀ, ਉਸਨੇ ਆਪਣੀ ਮਾਤਾ ਜੀ ਨੂੰ ਵੀ ਲਾਈਨ ਦੇ ਵਿੱਚ ਉਹ ਨੋਟ ਬਦਲਾਉਣ ਲਈ ਲਾ ਦਿੱਤਾ ਸੀ। ਉਹਨਾਂ ਦਾ ਭਾਵ ਸੀ ਕਿ ਆਮ ਲੋਕਾਂ ਦੇ ਫਾਇਦੇ ਵਿੱਚ ਹੈ ਇਹ ਨੋਟਬੰਦੀ। ਤੇ ਉਹ ਨੋਟਬੰਦੀ ਦੇ ਕਾਰਨ ਤੁਸੀਂ ਦੇਖੋ ਭਈ ਬਹੁਤ ਵੱਡੀ ਗਿਣਤੀ ਦੇ ਵਿੱਚ ਜਾਲੀ ਨੋਟ ਵੀ ਬੈਂਕਾਂ ਦੇ ਵਿੱਚ ਪਹੁੰਚੇ। ਨਵੇਂ ਦੂਸਰੇ ਨੋਟ ਤਾਂ ਪਹੁੰਚਣੇ ਹੀ ਸੀ, ਪਰ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਅਰਬਾਂ ਖਰਬਾਂ ਰੁਪਈਏ ਜਿਹੜੇ ਨੇ ਉਹ ਡੰਪ ਹੋ ਕੇ ਰਹਿ ਗਏ। ਉਹ ਨੋਟ ਜਿਹੜੇ ਨੇ ਸਿਰਫ ਕਾਗਜ਼ ਦਾ ਟੁਕੜਾ ਬਣ ਕੇ ਰਹਿ ਗਏ। ਉਸ ਦਾ ਆਰਥਿਕਤਾ ਦੇ ਉੱਤੇ ਬਹੁਤ ਵੱਡਾ ਔਰ ਭੈੜਾ ਅਸਰ ਹੋਇਆ। ਬਾਵਜੂਦ ਇਹ ਗੱਲ ਕਲੇਮ ਕਰਦੇ ਸਰਕਾਰ ਵੱਲੋਂ ਵੀ ਸਾਡੀ ਇਸ ਨੋਟਬੰਦੀ ਨਾਲ ਬਹੁਤ ਫਾਇਦਾ ਹੋਇਆ। ਅਸਲ ਵਿੱਚ ਜਿਹੜੇ ਛੋਟੇ ਵਰਗ ਦੇ ਛੋਟੇ ਵਪਾਰੀ ਸਨ, ਜਿਵੇਂ ਉਹਨਾਂ ਨੂੰ GST ਦੇ ਮਾਮਲੇ ਦੇ ਉੱਤੇ ਬੜੀ ਚਪੇਟ ਲੱਗੀ, ਇਸੇ ਤਰ੍ਹਾਂ ਨੋਟਬੰਦੀ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਉਹ ਉਠਾਉਣਾ ਪਿਆ ਸੀ। ਹੁਣ ਵੀ ਸਰਕਾਰ ਦੇ ਮਨ ਦੇ ਵਿੱਚ ਮਨਸ਼ਾ ਤਾਂ ਇਹੋ ਹੀ ਹੈ ਕਿ 2000 ਦਾ ਨੋਟ ਬੰਦ ਕਰਨ ਦੇ ਨਾਲ ਜਿਹੜਾ ਕਾਲਾ ਧਨ ਹੈ ਉਹ ਬਾਹਰ ਆ ਜਾਏਗਾ। ਦੇਖੋ, ਕਾਲਾ ਧਨ 2000 ਨੋਟ ਨਾਲ ਵਧਿਆ। ਕਾਰਨ ਕੀ? ਭਈ ਹੁਣ ਮਾਰਕੀਟ ਦੇ ਵਿੱਚ ਜਾਂ ATM ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਬਾਜ਼ਾਰ ਦੇ ਵਿੱਚ ਤੁਹਾਨੂੰ 2000 ਦਾ ਨੋਟ ਬਹੁਤ ਘੱਟ ਦਿਖਾਈ ਦਿੰਦਾ। ਕਾਰਨ ਕੀ? ਕਾਰਨ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਪੈਸਾ ਜਿਹੜਾ ਹੈ ਉਹ ਸਟੋਰ ਕੀਤਾ ਹੋਇਆ ਰੁਪਈਆਂ ਦੇ ਰੂਪ ਦੇ ਵਿੱਚ, ਸੋਨੇ ਦੇ ਰੂਪ ਵਿੱਚ ਨਹੀਂ, ਰੁਪਈਆਂ ਦੇ ਰੂਪ ਵਿੱਚ, ਜੇ ਉਹਨਾਂ ਨੇ ਇੱਕ ਕਮਰੇ ਦੇ ਵਿੱਚ ਇੱਕ ਦੱਥੀ ਨਾਲ ਸਰਦਾ ਸੀ ਉਹਨਾਂ ਦਾ, ਤੇ 500 ਦਾ ਨੋਟ ਜਿਹੜਾ ਹੈ ਉਹਦੇ ਨਾਲ 4 ਕਮਰੇ ਉਹਨਾਂ ਨੂੰ ਭਰਨੇ ਪੈਣੇ ਨੇ, ਕਿਉਂਕਿ 2000 ਦੇ ਵਿੱਚ 4 ਨੋਟ 500 ਦੇ ਨੇ। ਭਾਵ ਇਹ ਆ ਵੀ 4 ਗੁਣਾ ਵੱਧ ਥਾਂ ਜਿਹੜਾ ਹੈ ਉਹਨਾਂ ਨੂੰ ਕਰਨਾ ਪੈਣਾ। ਤੇ ਹੁਣ ਕਿਉਂਕਿ ਲੋੜ ਸਾਹਮਣੇ ਇਸ ਗੱਲ ਦੀ ਮਹਿਸੂਸ ਹੋ ਰਹੀ ਸੀ ਵੀ ਇਲੈਕਸ਼ਨਾਂ ਆ ਰਹੀਆਂ ਨੇ, ਉਹਨਾਂ ਇਲੈਕਸ਼ਨਾਂ ਕਾਰਨ ਜਿਨ੍ਹਾਂ ਲੋਕਾਂ ਨੇ ਆਪਣੇ ਪੈਸੇ ਜਿਹੜੇ ਨੇ ਦੱਬੇ ਹੋਏ ਨੇ ਉਹ ਸਰਕਾਰ ਤਾਈਂ ਕਿਸੇ ਨਾ ਕਿਸੇ ਢੰਗ ਨਾਲ ਅਪਰੋਚ ਕਰਨਗੇ, ਬੈਂਕਾਂ ਤਾਈਂ ਅਪਰੋਚ ਕਰਨਗੇ, ਕੁਝ ਪੈਸੇ ਸਰਕਾਰ ਦੇ ਉਹਨਾਂ ਨੁਮਾਇੰਦਿਆਂ ਨੂੰ ਦੇਣਗੇ, ਜਿਹੜੇ ਨੁਮਾਇੰਦੇ ਕਹਿੰਦੇ ਨੇ ਕਿ ਅਸੀਂ ਬਹੁਤ ਵੱਡੇ ਟੁੱਠਾਂ ਵਾਲੇ ਆ, ਭਾਵ ਵੱਡੇ ਸਿਆਸੀ ਲੀਡਰ ਆ, ਔਰ ਜਿਨ੍ਹਾਂ ਦੇ ਉੱਤੇ ਜਿਵੇਂ ਕਿ ਮੈਂ ਜ਼ਿਕਰ ਕਰਿਆ ਕਰਦਾ ਵੀ 52% ਇਹੋ ਜਿਹੇ ਪਾਰਲੀਮੈਂਟ ਦੇ ਵਿੱਚ ਪਹੁੰਚੇ ਹੋਏ ਨੇ, MLA ਦੀ ਤਾਂ ਦੂਜੀਆਂ ਚੀਜ਼ਾਂ ਦੀ ਗੱਲ ਹੀ ਛੱਡ ਦਿਓ, ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਨੇ, ਤੇ ਉਹ ਲੋਕ ਇਸ ਕਿਸਮ ਦਾ 2 ਨੰਬਰ ਦਾ ਧੰਦਾ ਕਰਨ ਲਈ ਜਾਣੇ ਜਾਂਦੇ ਨੇ। ਤੋ ਇਹ ਪੈਸਾ ਹੁਣ ਕਿਉਂਕਿ ਇਲੈਕਸ਼ਨ ਦੇ ਵਿੱਚ ਬਹੁਤ ਥੋੜਾ ਸਮਾਂ ਰਹਿ ਗਿਆ, ਕੁਝ ਮਹੀਨੇ ਹੀ ਰਹਿ ਗਏ ਨੇ, ਸਰਕਾਰ ਨੂੰ ਬਹੁਤ ਵੱਡੀ ਪੱਧਰ ਤੇ ਪੈਸਿਆਂ ਦੀ ਲੋੜ ਹੈ। ਲੋੜ ਕਰਨਾਟਕ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਰਹੀ, ਭਾਵੇਂ ਕਿ ਕਰਨਾਟਕ ਦੇ ਵਿੱਚ ਪੈਸਿਆਂ ਦਾ ਜਲਜਲਾ ਤਾਂ ਹੋਇਆ, ਪਰ ਮੁਕਾਬਲਤਨ ਮੋਹਰੇ ਵੀ ਉਸ ਕਿਸਮ ਦੇ ਲੋਕ ਸਨ, ਉਹ ਉੱਥੇ ਜਿੱਤ ਪ੍ਰਾਪਤ ਜਿਹੜੀ ਹੈ ਭਾਜਪਾ ਨਹੀਂ ਕਰ ਸਕੀ। ਤੋ ਇਹ ਸਾਰੇ ਕੁਝ ਦੇ ਮੱਦੇ ਨਜ਼ਰ ਤੁਸੀਂ ਦੇਖੋ ਵੀ 2000 ਦਾ ਨੋਟ ਜਿਹੜਾ ਹੈ ਇਸ ਕਰਕੇ ਬੰਦ ਕਰ ਦਿੱਤਾ ਗਿਆ ਵੀ ਦੇਖੋ ਇਹ ਅੰਡਰਗਰਾਉਂਡ ਚਲੇ ਗਿਆ, ਆਮ ਲੋਕਾਂ ਦੇ ਕੋਲ ਰਿਹਾ ਹੀ ਨਹੀਂ। ਵੈਸੇ ਵੀ ਗਰੀਬ ਆਦਮੀ ਦੀ ਹੁਣ ਖਰੀਦਣ ਦੀ ਸਮਰੱਥਾ ਘਟ ਗਈ ਹੈ। ਸਮਰੱਥਾ ਇਸ ਕਰਕੇ ਘਟ ਗਈ ਕਿ ਕੋਵਿਡ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਬਹੁਤ ਵੱਡੀ ਮਾਰ ਪਈ, ਬਹੁਤ ਲੋਕ ਬੇਰੋਜ਼ਗਾਰ ਹੋ ਗਏ,
ਉਹਨਾਂ ਦੇ ਕੋਲ 500 ਦਾ ਨੋਟ ਮਸੀਂ ਦੇਖਣ ਨੂੰ ਮਿਲਿਆ, 2000 ਦਾ ਨੋਟ ਤਾਂ ਦੇਖਣ ਨੂੰ ਕੀ ਮਿਲਣਾ ਸੀ। ਸਟੋਰ ਕਰਨ ਦੀ ਗੱਲ ਵੀ ਬੜੀ ਦੂਰ ਦੀ ਗੱਲ ਸੀ। ਮਾਵਾਂ ਭੈਣਾਂ ਜਿਹੜੀਆਂ ਆਪਣੇ ਖੀਸਿਆਂ ਦੇ ਵਿੱਚ, ਆਪਣੇ ਦੁਪੱਟਿਆਂ ਦੇ ਲੜਾਂ ਦੇ ਵਿੱਚ 500 ਦਾ ਜਾਂ 100 ਦਾ ਨੋਟ ਰੱਖ ਦਿੰਦੀਆਂ ਸਨ, ਉਹਨਾਂ ਦੇ ਪੱਲਿਆਂ ਦੇ ਵਿੱਚ 2000 ਦਾ ਨੋਟ ਆਇਆ ਹੀ ਕਦੇ ਨਹੀਂ। ਤੇ ਉਹ ਸਾਰੇ ਦਾ ਸਾਰਾ ਕਿੱਥੇ ਗਿਆ? ਉਹ ਉਹਨਾਂ ਵੱਡੇ ਜ਼ਖੀਰੇਬਾਜ਼ਾਂ ਦੇ ਕੋਲ ਚਲੇ ਗਿਆ, ਜਿਨ੍ਹਾਂ ਦੇ ਕਾਰਨ ਹੁਣ ਇਹ ਕਹਿੰਦੇ ਨੇ ਕਿ ਰਿਜ਼ਰਵ ਬੈਂਕ ਨੂੰ ਮੁੜ ਕੇ ਫੇਰ ਇਹ ਲਾਹਾ ਲੈਣਾ ਪਿਆ। ਤੁਸੀਂ ਦੇਖੋ ਇਸ ਸਮੇਂ ਦੇ ਦੌਰਾਨ ਜਦੋਂ ਇਹ ਸਾਰਾ ਕੁਝ ਵਾਪਰਿਆ ਸੀ, ਸਰਕਾਰ ਆਪਣੇ ਢੰਗ ਦੇ ਨਾਲ ਆਪਣੀਆਂ ਪਾਲਿਸੀਆਂ ਲਾਗੂ ਕਰਨਾ ਚਾਹੁੰਦੀ ਸੀ। ਰਿਜ਼ਰਵ ਬੈਂਕ ਆਫ ਇੰਡੀਆ ਦੇ 2 ਗਵਰਨਰ ਜਿਹੜੇ ਨੇ ਉਹ ਛੱਡ ਕੇ ਚਲੇ ਗਏ ਵੀ ਅਸੀਂ ਤੁਹਾਡੀਆਂ ਨੀਤੀਆਂ ਨਾਲ ਸਰਕਾਰੇ ਸਹਿਮਤ ਨਹੀਂ ਹਾਂ, ਤੁਸੀਂ ਆਪਣੀਆਂ ਮਰਜ਼ੀਆਂ ਆਪਣੇ ਢੰਗ ਨਾਲ ਕਰਦੇ ਹੋ, ਔਰ ਤੁਸੀਂ ਪ੍ਰਧਾਨ ਮੰਤਰੀ ਦਾ ਜਿਹੜਾ ਦਫ਼ਤਰ ਹੈ ਪੂਰੇ ਦੇਸ਼ ਨੂੰ ਡਿਕਟੇਟਰਾਂ ਢੰਗ ਨਾਲ ਚਲਾਉਂਦਾ, ਚਾਹੇ ਉਹ ਸਿੱਖਿਆ ਦਾ ਖੇਤਰ ਹੈ, ਕਿਹੜੇ ਜਿਹੜੇ ਲੈਸਨ ਨੇ ਕਿਤਾਬ ਦੇ ਵਿੱਚੋਂ ਕੱਢਣੇ ਨੇ, ਕਿਹੜੇ ਸਿਹਤ ਦੇ ਮਾਮਲੇ ਦੇ ਵਿੱਚ ਕਿੰਨੇ ਜਿਹੜੇ ਨੇ 5 ਸਟਾਰ ਹਸਪਤਾਲ ਜਿਹੜੇ ਨੇ ਪ੍ਰਾਈਵੇਟ ਖੋਲਣੇ ਨੇ, ਕਿਹੜੇ ਕੇਂਦਰੀਕਰਨ ਜਿਹੜਾ ਹੈ ਕਿਹੜੇ ਥਾਵਾਂ ਦਾ ਕਰਨਾ ਹੈ, ਕਿਹੜੀਆਂ ਬੈਂਕਾਂ ਜਿਹੜੀਆਂ ਨੇ ਉਹ ਪ੍ਰਾਈਵੇਟਾਈਜ਼ ਕਰ ਦੇਣੀਆਂ ਨੇ। ਤੋਂ ਇਸ ਕਰਕੇ ਉਹਨਾਂ ਲੋਕਾਂ ਨੇ ਦੇਸ਼ ਦੀ ਆਰਥਿਕਤਾ ਦੇ ਖਰਾਬ ਹੋਣ ਦੇ ਮੱਦੇਨਜ਼ਰ ਆਪਣਾ ਅਸਮਰਥਤਾ ਜ਼ਾਹਰ ਕੀਤੀ ਵੀ ਅਸੀਂ ਇਸ ਕੰਮ ਦੇ ਵਿੱਚ ਭਾਗੀਦਾਰ ਨਹੀਂ ਬਣਨਾ ਚਾਹੁੰਦੇ। ਤਦ ਵੀ ਕਿਉਂਕਿ ਸਰਕਾਰ ਦੀ ਹੁਣ ਮਜਬੂਰੀ ਹੈ, ਉਹਨਾਂ ਨੇ 2000 ਦਾ ਨੋਟ ਬੰਦ ਕਰਨ ਦਾ ਐਲਾਨ ਕਰ ਦਿੱਤਾ। ਪਰ ਇੱਕ ਗੱਲ ਚੰਗੀ ਕਰਤੀ ਵੀ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਇੱਕ ਗੱਲ ਦਾ ਅਲਾਰਮ ਦਿੱਤਾ ਵੀ 23 ਤਰੀਕ ਤੋਂ ਅਸੀਂ ਬੰਦ ਕਰਨਾ ਤੇ 30 ਸਤੰਬਰ ਤਾਈਂ ਇਹ ਸਾਰਾ ਚੱਲਦਾ ਰਹਿਣਾ। ਬਿਲਕੁਲ ਭਲਾਈ ਸਾਹਿਬ, ਇੱਕ ਗੱਲ ਜੋ ਵਿਸ਼ੇਸ਼ ਤੌਰ ਤੇ ਧਿਆਨ ਦੇਣ ਯੋਗ ਹੈ, ਜੋ ਪਿਛਲੀ ਨੋਟਬੰਦੀ ਰਹੀ ਹੈ, ਅਸੀਂ ਦੇਖਿਆ ਕਿ ਲਾਈਨਾਂ ਦੇ ਵਿੱਚ ਆਮ ਜਨਤਾ, ਗਰੀਬ ਜਨਤਾ ਉਹੀ ਖੜੀ ਹੈ ਤੇ ਉਹੀ ਭੁੱਖੇ ਵੀ ਖੜੇ ਨੇ, ਪਿਆਸੇ ਵੀ ਖੜੇ ਨੇ, ਡੈਥਸ ਵੀ ਹੋਈਆਂ, ਉਹ ਅਸੀਂ ਦੇਖਦੇ ਰਹੇ। ਕੋਈ ਅਮੀਰ ਆਦਮੀ, ਕੋਈ ਵੱਡਾ ਬਿਜ਼ਨਸਮੈਨ, ਕੋਈ ਕਾਰਪੋਰੇਟ ਵਾਲਾ, ਕੋਈ ਵੱਡਾ ਮਿਨਿਸਟਰ, ਇਹ ਵੱਡੇ ਵੱਡੇ ਲੋਕ ਕਿਉਂ ਨਹੀਂ ਲਾਈਨ 'ਚ ਲੱਗੇ? ਇਹਨਾਂ ਕੋਲ ਨੋਟ ਨਹੀਂ ਸੀਗੇ ਬਦਲਵਾਉਣ ਵਾਸਤੇ ਭਲਾਈ ਸਾਹਿਬ? ਉਹਨਾਂ ਨੂੰ ਖੜਨ ਦੀ ਲੋੜ ਹੀ ਨਹੀਂ ਸੀ, ਕਿਉਂਕਿ ਇਹ ਕਾਰਪੋਰੇਟ ਸੈਕਟਰ ਵਾਲੇ ਜਾਂ ਵੱਡੇ ਧਨਕਵੇਰ ਜਾਂ ਵੱਡੀਆਂ ਫੈਕਟਰੀਆਂ ਵਾਲੇ ਲੋਕ ਜਿਹੜੇ ਨੇ ਇਹ 2 ਨੰਬਰ ਦਾ ਧੰਦਾ ਕਰਦੇ ਨੇ। ਇਹਨਾਂ ਕੋਲ ਕੰਮ ਕਰਨ ਵਾਲੇ ਜਿਹੜੇ ਨੁਮਾਇੰਦੇ ਸੀ ਉਹਨਾਂ ਨੂੰ ਲਾਈਨਾਂ ਵਿੱਚ ਖੜਿਆਂ ਕਰ ਦਿੰਦੇ ਸੀ, ਉਹਨਾਂ ਨੂੰ ਕਮਿਸ਼ਨ ਦਿੰਦੇ ਸੀ, ਦਿਹਾੜੀਆਂ ਦਿੰਦੇ ਸੀ। ਜਿਹੜੀਆਂ ਦਿਹਾੜੀਆਂ, ਜਿਹੜਾ ਦਿਹਾੜੀਦਾਰ ਬੰਦਾ ਜੇ ਉਹਨੇ ਦਿਹਾੜੀ ਦੇ ਵਿੱਚ ਪੂਰਾ ਦਿਨ ਕੰਮ ਕਰਨਾ ਤੇ 500 ਰੁਪਈਆ ਲੈਣਾ, ਤੇ ਜੇ ਉਹ ਲਾਈਨ ਵਿੱਚ ਖੜਾ ਹੋ ਕੇ ਉਹਨੂੰ 500 ਦੇ ਥਾਂ ਤੇ 700 ਰੁਪਈਆ ਉਹਨਾਂ ਨੇ ਦੇ ਦੇਣਾ ਤੇ ਦਿਹਾੜੀਦਾਰ ਲਾਈਨ ਦੇ ਵਿੱਚ ਖੜ ਜਾਏਗਾ, ਆਪਣਾ ਪੈਸਾ ਕਮਾਊਗਾ ਤੇ ਘਰ ਨੂੰ ਤੁਰ ਕੇ ਆ ਜਾਊਗਾ। ਹੁਣ ਵੀ ਬਿਲਕੁਲ ਇਸੇ ਢੰਗ ਨਾਲ ਹੋਏਗਾ, ਪਰ ਹੁਣ ਉਸ ਕਿਸਮ ਦੀ ਹੋੜ ਨਹੀਂ ਲੱਗੇਗੀ। ਕਾਰਨ ਉਸ ਦਾ ਇਹ ਹੈ ਕਿ ਆਮ ਜਨਤਾ ਦੇ ਕੋਲ 2000 ਰੁਪਏ ਦਾ ਨੋਟ ਹੈ ਹੀ ਨਹੀਂ। ਮੈਨੂੰ 2000 ਰੁਪਏ ਦਾ ਨੋਟ ਦੇਖੇ ਨੂੰ ਕਿੰਨਾ ਮੇਰਾ ਖਿਆਲ 1 ਵਰੇ ਤੋਂ ਵੱਧ ਸਮਾਂ ਹੋ ਗਿਆ। ਇੱਕ ਦਿਨ ਮੈਂ ਬੈਂਕ ਵਿੱਚ ਗਿਆ ਤੇ ਕੁਝ ਪੈਸੇ ਕਿਸੇ ਸੰਸਥਾ ਲਈ ਕਢਾਉਣੇ ਸਨ ਤੇ ਮੈਂ ਉਹਨਾਂ ਨੇ ਮੈਨੂੰ ਉਹ ਪੈਸੇ ਦਿੱਤੇ। ਕਹਿੰਦੇ 2000 ਦਾ ਨੋਟ ਦੇ ਦਈਏ ਜੀ। ਮੈਂ ਕਿਹਾ ਜੀ ਸਕੇ ਦੇ ਦਿਓ। ਕਾਰਨ ਉਸ ਦਾ ਇਹ ਆ ਵੀ ਮੈਂ ਤਾਂ ਦੂਜੀ ਬੈਂਕ 'ਚ ਜਮ੍ਹਾਂ ਕਰਾਉਣਾ ਇੱਕ ਗੱਲ, ਜਾਂ ਖਰਚਣ ਲਈ ਕਿਸੇ ਨੂੰ ਦੇਣਾ, ਮੈਂ ਆਪਣੀ ਜੇਬ ਦੇ ਵਿੱਚ ਇਹਨੂੰ ਰੱਖਣਾ ਨਹੀਂ, ਕਿਉਂਕਿ ਮੇਰੇ ਕੋਲ ਇਸ ਗੱਲ ਦੀ ਸਮਰੱਥਾ ਨਹੀਂ। ਸੋ ਮੇਰਾ ਕਹਿਣ ਦਾ ਭਾਵ ਆ, ਆਮ ਜਨਤਾ ਨੂੰ ਇਸ ਗੱਲ ਦੇ ਵਿੱਚ ਹੁਣ ਕੋਈ ਐਕਸਪਲੋਇਟੇਸ਼ਨ ਨਹੀਂ ਹੋਏਗੀ, ਕਿਉਂਕਿ ਉਹਨਾਂ ਦੇ ਕੋਲ ਪੈਸੇ ਹੈ ਨਹੀਂ। ਜੇ ਹੈਗੇ ਵੀ ਨੇ ਤੇ ਤੁਸੀਂ ਮੈਂ ਦੱਸਿਆ ਵੀ 20000 ਦੀ ਲਿਮਿਟ ਹੈ, ਉਹ ਆਪਣਾ ਆਧਾਰ ਕਾਰਡ ਦਿਖਾ ਕੇ ਜਾਂ ਜਿਨ੍ਹਾਂ ਕੋਲ ਕਿਸੇ ਕੋਲ ਪੈਨ ਕਾਰਡ ਹੋਏਗਾ ਉਹ ਪੈਨ ਕਾਰਡ ਦਿਖਾ ਕੇ ਉਹਦੀ ਤਬਦੀਲੀ ਕਰਵਾ ਲੈਣਗੇ। ਹੁਣ 2000 ਨੋਟ ਦੇ ਥਾਂ ਤੇ 2000 ਦਾ ਮਿਲਣਾ ਜਾਂ 500 ਵਾਲਾ ਮਿਲਣਾ, ਦੇਖੋ ਸਾਡੇ ਭਾਰਤ ਦੇ ਵਿੱਚ ਹੀ ਇਹ ਚੱਲਣ ਹੈ। ਮੈਂ ਪਿਛਲੇ ਦਿਨ ਅਮਰੀਕਾ ਦੇ ਵਿੱਚ ਗਿਆ, ਉੱਥੇ $100 ਤੋਂ ਵੱਡਾ ਨੋਟ ਹੀ ਹੈ ਨਹੀਂ ਜੀ। 20 ਦਾ ਹੈ, 5 ਦਾ ਹੈ, 1 ਦਾ ਹੈ, ਜਾਂ ਪੈਨੀਆਂ ਨੇ, ਜਾਂ ਫਿਰ ਉਹਨਾਂ ਕੋਲ ਡਿਜੀਟਲ ਕਾਰਡ ਨੇ, ਉਹਨਾਂ ਦੀ ਉਹ ਵਰਤੋਂ ਕਰਦੇ ਨੇ। ਤੇ ਮੋਦੀ ਸਾਹਿਬ ਵੀ ਚਾਹੁੰਦੇ ਨੇ ਵੀ ਇੱਥੇ ਡਿਜੀਟਲਾਈਜੇਸ਼ਨ ਹੋ ਜਾਏ, ਪਰ ਜਿਸ ਢੰਗ ਦੇ ਨਾਲ ਡਿਜੀਟਲਾਈਜੇਸ਼ਨ ਹੋ ਰਹੀ ਆ ਔਰ ਜਿਸ ਢੰਗ ਦੇ ਨਾਲ ਦੇਸ਼ ਦੇ ਵਿੱਚ ਫਰਾਡ ਹੋ ਰਹੇ ਨੇ, ਗਰੀਬ ਆਦਮੀ ਤਾਂ ਉਹਨਾਂ ਤੋਂ ਡਰਦਾ ਬੈਂਕ ਜਾਣ ਤੋਂ ਔਰ ਉਹ ਬੈਂਕਾਂ ਦੇ ਕਾਰਡ ਲੈਣ ਤੋਂ, ਜਾਂ ਤੁਹਾਡੇ ਪੈਨ ਕਾਰਡ ਜਾਂ ਆਧਾਰ ਕਾਰਡ ਦੇਣ ਤੋਂ ਜਾਂ ਲੈਣ ਤੋਂ ਵੀ ਕੰਨੀ ਕਤਰਾਉਣ ਲੱਗ ਪਿਆ। ਤੁਹਾਨੂੰ ਹੈਰਾਨਗੀ ਹੋਏਗੀ ਵੀ ਆਧਾਰ ਕਾਰਡ ਵੀ ਹਾਲੇ 1 ਕਰੋੜ ਜਿਹੜੇ ਲਗਭਗ 40 ਮਤਲਬ 1 ਅਰਬ 40 ਕਰੋੜ ਜਿਹੜੀ ਜਨਤਾ, 140 ਕਰੋੜ ਜਨਤਾ,
ਉਹਨਾਂ ਵਿੱਚੋਂ ਵੱਡੀ ਗਿਣਤੀ ਹਲੇ ਇਹੋ ਜਿਹੇ ਨੇ। ਪੈਨ ਕਾਰਡ ਤਾਂ ਬਹੁਤ ਦੂਰ ਦੀ ਗੱਲ ਹੈ, ਆਧਾਰ ਕਾਰਡ ਵੀ ਸਾਰੇ ਨਹੀਂ ਬਣੇ। ਤੋ ਡਿਜੀਟਲਾਈਜੇਸ਼ਨ ਹੋਣ ਦੀ ਗੱਲ ਜਿਹੜੀ ਹੈ ਭਾਰਤ ਵਰਗੇ ਵਿਸ਼ਾਲ ਦੇਸ਼ ਦੇ ਵਿੱਚ ਹੋਣੀ ਬਹੁਤ ਔਖੀ ਹੈ। ਜਿਵੇਂ ਤੁਸੀਂ ਪਿਛਲੇ ਦਿਨਾਂ 'ਚ ਗੱਲ ਕਰਦੇ ਸੀ ਵੀ ਭਾਈ ਇੱਥੇ ਮਸ਼ੀਨਾਂ ਦੇ ਨਾਲ ਹੀ VOTING ਹੋਈ ਜਾਂਦੀ ਆ, ਪਤਾ ਨਹੀਂ ਉਹਨਾਂ ਦੇ ਕੋਲ ਕਿਸ ਢੰਗ ਦੇ ਨਾਲ ਹੇਰਾਫੇਰੀਆਂ ਹੋ ਜਾਂਦੀਆਂ ਨੇ। ਜੇ ਸਧਾਰਨ ਤੌਰ ਤੇ VOTING ਵਾਲਾ ਦੂਸਰੇ ਢੰਗ ਨਾਲ ਹੋ ਜਾਏ ਤਾਂ ਕਿਵੇਂ ਇਹਦਾ ਹੱਲ ਹੋਏਗਾ। ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਏਡੀ ਵੱਡੀ ਆਬਾਦੀ ਜਿਹੜੀ ਕਿ ਹੁਣ ਦੁਨੀਆ ਭਰ ਦੇ ਵਿੱਚ ਪਹਿਲੇ ਨੰਬਰ ਦੀ ਆਬਾਦੀ ਬਣ ਗਈ ਆ, ਉਹਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਉਹ ਸਾਹਮਣੇ ਨੇ। ਪਰ ਦਿੱਕਤਾਂ ਦੇ ਵਿੱਚ ਇੱਕ ਦਿੱਕਤ ਇਹ ਵੀ ਹੈ ਕਿ ਸਰਕਾਰ ਇੱਕ ਵੱਖਰੀ ਕਿਸਮ ਦੇ ਫੈਸਲੇ ਲੈ ਰਹੀ ਆ ਜਿਹੜੀ ਆਮ ਲੋਕਾਂ ਦੇ ਹਿੱਤ ਦੇ ਵਿੱਚ ਸਾਨੂੰ ਦਿਖਾਈ ਨਹੀਂ ਦਿੰਦੇ। ਜੀ ਪਲਾਹੀ ਸਾਹਿਬ, ਔਰ ਅਸੀਂ ਇਹ ਵੀ ਦੇਖਦੇ ਹਾਂ ਕਿ ਸਾਡੇ ਦੇਸ਼ ਦਾ ਐਜੂਕੇਸ਼ਨ ਲੈਵਲ ਕਿੱਥੇ ਹੈ। ਲੋਕੀ ਪੜ੍ਹੇ ਲਿਖੇ ਨਹੀਂ ਹੈਗੇ, ਔਰ ਪੜ੍ਹੇ ਲਿਖੇ ਵੀ ਕਈ ਵਾਰ ਇਸ ਹੱਦ ਤੱਕ ਨੇ ਕਿ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਕੰਪਿਊਟਰ ਬਾਰੇ, ਟੈਕਨੀਕਲ ਚੀਜ਼ਾਂ ਬਾਰੇ, ਸਮਾਰਟਫੋਨ ਨੂੰ ਇਸਤੇਮਾਲ ਕਰਨਾ ਨਹੀਂ ਆਉਂਦਾ। ਪਰ ਜਿਹੜੇ ਦੂਰ ਦੇ ਇਲਾਕੇ ਨੇ, ਪਿਛੜੇ ਇਲਾਕੇ ਨੇ, ਉੱਥੇ ਹਜੇ ਪੜ੍ਹਾਈ ਲਿਖਾਈ ਨਹੀਂ ਪਹੁੰਚੀ। ਬਜ਼ੁਰਗ ਬੈਠੇ ਨੇ, ਹਜੇ ਉਹਨਾਂ ਨੂੰ ਪਤਾ ਹੀ ਨਹੀਂ ਡਿਜੀਟਲਾਈਜੇਸ਼ਨ ਕੀ ਹੁੰਦਾ ਹੈ, ਕੀ ਡਿਜੀਟਲ ਹੈ, ਕਿਹੜੀ ਕ੍ਰਿਪਟੋ ਕਰੰਸੀ ਹੈ, ਕਿਹੜੀ ਡਿਜੀਟਲ ਕਰੰਸੀ ਹੈ, ਕਿਹੜਾ ਇਲੈਕਟ੍ਰੋਨਿਕ ਵਾਲਟ ਹੈ, ਕੁਝ ਵੀ ਨਹੀਂ ਪਤਾ ਉਹਨਾਂ ਨੂੰ। ਔਰ ਉਹ ਇਹ ਗੱਲਾਂ ਸੁਣਦੇ ਨੇ, ਬੈਠੇ ਸੁਣੀ ਜਾਂਦੇ ਨੇ, ਪੱਲੇ ਉਹਨਾਂ ਦੇ ਕੱਖ ਨਹੀਂ ਪੈਂਦਾ। ਤੇ ਅਸੀਂ ਇਹ ਵੱਡੇ ਵੱਡੇ ਜਿਹੜੇ ਸੁਪਨੇ ਦੇਖਦੇ ਹਾਂ ਵਿਸ਼ਵ ਗੁਰੂ ਬਣਨ ਦੇ, ਔਰ ਇਹ ਸਭ ਠੀਕ ਹੈ, ਸੁਪਨੇ ਦੇਖਣਾ ਵਧੀਆ ਗੱਲ ਹੈ, ਪਰ ਉਹਨੂੰ ਸੱਚ ਕਰਨ ਵਾਸਤੇ ਜੋ ਗਰਾਊਂਡ ਚਾਹੀਦਾ, ਜੋ ਮਿਹਨਤ ਚਾਹੀਦੀ ਹੈ, ਜੋ ਇਨਫਰਾਸਟ੍ਰਕਚਰ ਚਾਹੀਦਾ, ਉਹ ਵੀ ਚਾਹੀਦਾ ਨਾ। $5 ਟ੍ਰਿਲੀਅਨ ਦੀ ਇਕਨੋਮੀ ਬਣਾਉਣ ਵਾਸਤੇ ਜੋ ਆਧਾਰ ਚਾਹੀਦਾ ਉਹ ਵੀ ਤਾਂ ਚਾਹੀਦਾ ਨਾ, ਸਿਰਫ ਗੱਲਾਂ ਨਾਲ ਤੇ ਬਣਨੀ ਨਹੀਂ। ਸੋ ਆਪਾਂ ਅੱਗੇ ਤੁਰੀਏ ਕਿ ਸਿੱਧੀ ਸਾਦੀ ਗੱਲ ਕਿ ਪਹਿਲਾਂ ਦੇਖਿਆ ਨੋਟਬੰਦੀ ਦਾ, ਠੀਕ ਹੈ, ਗਵਰਨਮੈਂਟ ਉਹਨੂੰ ਜਸਟੀਫਾਈ ਕਰਦੀ ਹੈ ਕਿ ਅਸੀਂ ਜੋ ਸਟੈਪ ਲਿੱਤਾ ਬਿਲਕੁਲ ਠੀਕ ਲਿੱਤਾ, ਪਰ ਆਮ ਜਨਤਾ ਕਹਿੰਦੀ ਹੈ ਕਿ ਇਹ ਦੇਸ਼ ਦੇ ਹੱਕ ਵਿੱਚ ਨਹੀਂ, ਸਾਡੇ ਹੱਕ ਵਿੱਚ ਨਹੀਂ। ਇਕਨੋਮਿਸਟ ਵੀ ਕਹਿੰਦੇ ਨੇ ਕਿ ਇਹਦੇ ਨਾਲ ਨੁਕਸਾਨ ਹੋਇਆ ਅਰਥ ਵਿਵਸਥਾ ਨੂੰ, ਔਰ ਕਈ ਲੋਕ ਦੂਸਰੀ ਧਿਰ ਦੇ ਵੀ ਕਹਿੰਦੇ ਨੇ ਕਿ ਨਹੀਂ ਇਹ ਜ਼ਰੂਰੀ ਸੀ। ਜੇ ਆਪਾਂ ਸਿੱਧੀ ਪੱਧਰੀ ਗੱਲ ਕਰੀਏ ਤਾਂ ਇਸ ਨੋਟਬੰਦੀ ਦਾ ਜੋ ਹੋਣ ਜਾ ਰਹੀ ਹੈ 2000 ਦੇ ਨੋਟਾਂ ਦੀ, ਇਹਦਾ ਕੀ ਅਸਰ ਪਏਗਾ ਇਕਨੋਮੀ ਦੇ ਉੱਤੇ ਤੇ ਸਾਡੀ ਆਮ ਜ਼ਿੰਦਗੀ ਦੇ ਉੱਤੇ ਪਲਾਹੀ ਸਾਹਿਬ? ਦੇਖੋ, ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਇਸ ਦਾ ਬਹੁਤਾ ਵੱਡਾ ਅਸਰ ਪੈਣ ਦੀ ਸੰਭਾਵਨਾ ਨਹੀਂ। ਹਾਂਜੀ, ਕਾਰਨ ਇਹ ਹੈ ਕਿ ਆਮ ਲੋਕਾਂ ਦੇ ਕੋਲ ਤਾਂ ਪੈਸੇ 2000 ਦੇ ਨੋਟ ਹੀ ਹੈ ਨਹੀਂ। ਵਟਾਉਣ ਵਟਾਉਣ ਵਾਲੀ ਗੱਲ ਤਾਂ ਜਿਹੜੀ ਆ ਉਹ ਹਾਇਰ ਕਰਕੇ ਹੋ ਸਕਣੀ ਆ, ਅਦਰਵਾਈਜ਼ ਕੋਈ ਨਹੀਂ ਹੋਏਗੀ। ਦੂਜੀ ਇਹ ਆ ਵੀ ਜਦੋਂ ਨੋਟਬੰਦੀ ਹੁੰਦੀ ਆ, ਇਹ ਕਲੇਮ ਕੀਤਾ ਜਾਂਦਾ ਵੀ ਅਸੀਂ ਬਲੈਕ ਮਨੀ ਜਿਹੜੀ ਹੈ ਉਸ ਨੂੰ ਬਾਹਰ ਕੱਢਣ ਲਈ ਇਹ ਸਾਰਾ ਕੁਝ ਕਰਦੇ ਆ, ਔਰ ਕਰਪਸ਼ਨ ਕਰਨ ਲਈ ਇਹ ਸਾਰਾ ਕੁਝ ਕਰਦੇ ਆ। ਹੁਣ ਤੁਸੀਂ ਦੇਖੋ ਵੀ ਨਸ਼ੇ ਦਾ ਵਪਾਰ ਏਡਾ ਵੱਡਾ ਹੋ ਚੁੱਕਾ, ਜਿਸ ਦੇ ਉੱਤੇ ਸਟੇਟ ਦੀ ਸਰਕਾਰਾਂ ਕੀ ਕੇਂਦਰ ਦੀ ਸਰਕਾਰ ਵੀ ਆਪਣੇ ਵੱਲੋਂ ਵੱਡੇ ਯਤਨਾਂ ਦੇ ਕਰਨ ਦੇ ਬਾਵਜੂਦ ਵੀ ਕਾਮਯਾਬ ਨਹੀਂ ਹੋ ਰਹੀ। ਔਰ ਉਹਨਾਂ ਦੇ ਕੋਲ ਇਸ ਪੈਸੇ ਦਾ ਅੰਬਾਰ ਇਹਨਾਂ ਦੇ ਲੱਗ ਚੁੱਕੇ ਨੇ, ਤੇ ਉਹਨਾਂ ਲਈ ਫੇਰ ਵੀ ਕੋਈ ਬਹੁਤਾ ਔਖਾ ਨਹੀਂ ਕਿ ਇਹਨਾਂ ਅੰਬਾਰ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਕਿਵੇਂ ਉਹਨਾਂ ਨੇ ਕਾਲੇ ਧਨ ਨੂੰ ਚਿੱਟਾ ਕਰਨਾ ਹੈ, ਚਿੱਟੇ ਧਨ ਨੂੰ ਮੁੜ ਕੇ ਫੇਰ ਕਿਵੇਂ ਸਰਕੂਲੇਟ ਕਰਨਾ ਹੈ, ਕਿਹੜੇ ਢੰਗ ਦੇ ਨਾਲ ਉਹਨਾਂ ਨੇ ਆਪਣੇ ਪੈਸੇ ਦੀ ਵਰਤੋਂ ਦੁਰਵਰਤੋਂ ਕਰਨੀ ਹੈ। ਤੋ ਮਸਲਾ ਸਿਰਫ ਇਹੋ ਹੀ ਹੈ ਕਿ ਜਦੋਂ ਵੀ ਇਸ ਕਿਸਮ ਦੀ ਗੱਲ ਕੀਤੀ ਜਾਂਦੀ ਆ, ਫਿਰ ਬਾਅਦ ਵਿੱਚ ਕਹਿਤਾ ਜਾਏਗਾ ਕਿ ਦੇਖੋ ਹੁਣ ਤਾਂ 90% ਲੋਕਾਂ ਨੇ 2000 ਦੇ ਨੋਟ ਜਮ੍ਹਾਂ ਕਰਵਾਤੇ ਆ, 10,000 ਦੇ 10% ਲੋਕਾਂ ਨੇ ਕੀਤੇ ਨਹੀਂ, ਔਰ ਉਹ 10% ਕਰਨ ਦੀ ਖਾਤਰ ਮੁੜ ਕੇ ਫੇਰ ਮੁਹਿੰਮ ਚਲਾਈ ਜਾਏਗੀ। ਤੇ ਕਈ ਹਾਲਤਾਂ ਦੇ ਵਿੱਚ ਉਹ 10% ਨਾਲੋਂ ਵੱਧ ਪੈਸੇ ਜਿਹੜੇ ਨੇ ਉਹ ਬੈਂਕਾਂ ਦੇ ਵਿੱਚ ਆ ਜਾਂਦੇ ਨੇ। ਇਹਦਾ ਬਾਹਰ ਸਾਫ਼ ਨਿਕਲਦਾ ਵੀ ਤੁਹਾਡੇ ਕੋਲ ਜਿਹੜੀ ਫੇਕ ਕਰੰਸੀ ਹੈ, ਜਾਲੀ ਕਰੰਸੀ ਹੈ, ਉਹ ਵੀ ਬੈਂਕਾਂ ਦੇ ਵਿੱਚ ਆ ਜਾਂਦੀ ਆ। ਔਰ ਬਹੁਤ ਵੱਡੇ ਵੱਡੇ ਫਰਾਡ ਪਹਿਲਾਂ ਵੀ ਦੇਖਣ ਨੂੰ ਮਿਲੇ ਜਿਸ ਵੇਲੇ ਨੋਟਬੰਦੀ ਹੋਈ, ਔਰ ਹੁਣ ਵੀ ਤੁਹਾਨੂੰ ਤੁਹਾਡੇ ਸਾਹਮਣੇ ਆਏਗਾ, ਹੁਣ ਵੀ ਇਹ ਵੱਡੀ ਪੱਧਰ ਤੇ ਦੇਖਣ ਨੂੰ ਮਿਲਣਗੇ। ਜੀ ਪਲਾਈ ਸਾਹਿਬ, ਭਾਰਤ ਦੀ ਇਕਨੋਮੀ ਦੇ ਉੱਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਦੀ ਗੱਲ ਕੀਤੀ ਜਾਂਦੀ ਆ। ਮੈਂ ਨਹੀਂ ਸਮਝਦਾ ਵੀ ਇਹਦਾ ਕੋਈ ਬਹੁਤਾ ਵੱਡਾ ਇਸ ਦੇ ਖਿਲਾਰੇ ਨਾਲ ਜਾਂ ਇਸ ਨੂੰ ਸਮੇਟਣ ਨਾਲ ਅਸਰ ਹੋਏਗਾ। ਪਲਾਈ ਸਾਹਿਬ, ਇੱਕ ਚੀਜ਼ ਇਹਦੇ 'ਚ ਆਉਂਦੀ ਕਿਉਂਕਿ RBI ਦਾ ਸਟੇਟਸ ਆਪਾਂ ਨੂੰ ਦੇਖਣਾ ਪੈਣਾ ਹੈ ਕਿ ਜਦੋਂ ਇਹ ਨੋਟ ਵਾਪਸ ਲਿੱਤੇ ਜਾਣਗੇ, ਪਰ ਜੋ ਮਾਰਕੀਟ ਦੇ ਵਿੱਚ ਸਰਕੂਲੇਸ਼ਨ ਚਾਹੀਦਾ ਪੈਸੇ ਦਾ, ਉਹ ਪੈਸਾ ਦਾ ਸਰਕੂਲੇਸ਼ਨ ਤੇ ਬਰਕਰਾਰ ਰੱਖਣਾ ਪੈਣਾ। ਫਿਰ ਨਵੇਂ ਨੋਟ ਛਾਪੇ ਜਾਣਗੇ, ਕੋਈ ਹੋਰ 1000 ਰੁਪਏ ਦਾ ਨੋਟ ਆਏਗਾ, ਕੋਈ ਹੋਰ ਤਰ੍ਹਾਂ ਦੇ ਨੋਟ ਛਾਪੇ ਜਾਣਗੇ। RBI ਦਾ ਸਟੇਟਸ ਕੀ ਹੈ ਇਹਦੇ ਵਿੱਚ? ਨਹੀਂ, ਦੇਖੋ ਗੱਲ ਇਹ ਆ ਵੀ ਜੇ 2000 ਦਾ ਨੋਟ ਵਾਪਸ ਲੈ ਲਿਆ ਤੇ ਨਵਾਂ ਨੋਟ ਜਾਰੀ ਨਾ ਕਰਨ ਦਾ ਫੈਸਲਾ ਕਰ ਲਿਆ ਹੋਵੇ ਸਰਕਾਰ ਨੇ,
ਤੇ ਮੇਰੇ ਸਮਝ ਵਿੱਚ ਇਹ ਬੜੀ ਵੱਡੀ ਚੰਗੀ ਗੱਲ ਹੋਏਗੀ। ਵੱਡੇ ਨੋਟਾਂ ਦੀ ਸਰਕੂਲੇਸ਼ਨ ਸਦਾ ਹੀ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਰਹੀ, ਤੇ ਜੇ ਉਹਦੇ ਮੁਕਾਬਲੇ ਦੇ ਉੱਤੇ 500 ਦੇ ਨੋਟਾਂ ਦੀ ਸਰਕੂਲੇਸ਼ਨ ਹੋਰ ਵੱਡੀ ਕਰ ਦਿੱਤੀ ਜਾਂਦੀ ਆ ਤੇ ਇੱਕ ਸਖਾਵੀ ਗੱਲ ਹੋਏਗੀ। ਤੇ ਦੂਜੇ ਨੰਬਰ ਤੇ 200 ਦੇ 100 ਦੇ ਨੋਟ 20 ਰੁਪਏ ਦਾ 10 ਰੁਪਏ ਦਾ ਇਹਨਾਂ ਦੀ ਸਰਕੂਲੇਸ਼ਨ ਕਰਨ ਦੇ ਨਾਲ ਇਹ ਗੱਲ ਵੱਖਰੀ ਹੈ ਕਿ ਕਾਗਜ਼ ਵੱਧ ਲੱਗੇਗਾ, ਖਰਚਾ ਵੱਧ ਹੋਏਗਾ, ਕਿਉਂਕਿ ਇਹ ਨੋਟਾਂ ਦੇ ਛਾਪਣ ਦੇ ਉੱਤੇ ਬਹੁਤ ਵੱਡਾ ਖਰਚਾ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ। ਤੇ ਤੁਸੀਂ ਦੇਖਿਆ ਵੀ ਜਿਹੜੇ ਅਮਰੀਕਨ ਡਾਲਰ ਨੇ, ਕੈਨੇਡੀਅਨ ਡਾਲਰ ਨੇ, ਪਲਾਸਟਿਕ ਦੇ ਉਹਨਾਂ ਦਾ ਜਿਹੜਾ ਕਾਗਜ਼ ਹੈ, ਕਾਗਜ਼ ਨਹੀਂ ਪਲਾਸਟਿਕ ਵਰਗੀ ਗੱਲ ਹੁੰਦੀ ਹੈ ਔਰ ਉਹ ਖਰਾਬ ਨਹੀਂ ਹੁੰਦਾ, ਬੜੇ ਲੰਬੇ ਸਮੇਂ ਤੱਕ ਰਹਿੰਦਾ ਔਰ ਉਹਦੇ ਉੱਤੇ ਖਰਚਾ ਵੀ ਬਹੁਤਾ ਹੁੰਦਾ। ਤੇ ਇਸੇ ਢੰਗ ਦੇ ਨਾਲ ਰਿਜ਼ਰਵ ਬੈਂਕ ਨੂੰ ਵੀ ਬੜਾ ਵੱਡਾ ਬੋਝ ਜਿਹੜਾ ਹੈ ਆਪਣੇ ਸਿਰ ਚੱਕਣਾ ਪਏਗਾ। ਹਾਲੇ ਪੂਰੀ ਇਸ ਬਾਰੇ ਡਿਟੇਲ ਨਹੀਂ ਆਈ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਤੇ ਮੈਂ ਸਮਝਦਾ ਵੀ ਅਰਥ ਸ਼ਾਸਤਰੀ ਵੀ ਬਕਾਇਦਾ ਤੌਰ ਤੇ ਚਰਚਾ ਕਰਨਗੇ ਔਰ ਨਾਲ RBI ਵੀ ਪੂਰੀ ਤਰ੍ਹਾਂ ਪ੍ਰੈਸ ਨੋਟ ਦੇ ਕੇ ਇਹ ਸਾਰੇ ਕੁਝ ਨੂੰ, ਜਿਵੇਂ ਕਿ ਤੁਸੀਂ ਦੱਸਿਆ ਵੀ ਉਹਦੇ ਲਈ ਬਦਲਾਉਣ ਲਈ ਆਧਾਰ ਕਾਰਡ ਦੀ ਲੋੜ ਹੋਏਗੀ ਜਾਂ ਹੋਰ ਕੋਈ ਵੀ ਪਹਿਚਾਣ ਪੱਤਰ ਦੇਣਾ ਪਏਗਾ, ਜਾਂ ਸਿੱਧਾ ਹੀ ਬੈਂਕ ਦੇ ਵਿੱਚ ਜਾਓ ਤੇ ਪੈਸੇ ਆਪਣੇ ਜਿਹੜੇ ਨੇ ਬਦਲਾ ਲਓ। ਇੱਕ ਚੀਜ਼ ਇਹਦੇ 'ਚ ਇਹ ਵੀ ਆਉਂਦੀ ਹੈ ਕਿ ਇੱਕ ਤਾਂ ਜਿਹੜੀ ਨੋਟ ਛਪਣਗੇ ਉਹਦੀ ਕੁਆਲਿਟੀ ਕੀ ਹੈ, ਕਿੱਦਾਂ ਦਾ ਪੇਪਰ ਯੂਜ਼ ਕਰਦੇ ਆ। ਜਿੱਦਾਂ ਤੁਸੀਂ ਕਿਹਾ ਕਿ ਅਮਰੀਕਨ ਡਾਲਰ, ਕੈਨੇਡੀਅਨ ਡਾਲਰ, ਉਹਨਾਂ ਦੀ ਜੋ ਕੁਆਲਿਟੀ ਹੈ ਪੇਪਰ ਦੀ ਬਹੁਤ ਵਧੀਆ, ਇਸ ਕਰਕੇ ਉਹਨਾਂ ਦੀ ਲਾਈਫ ਜ਼ਿਆਦਾ ਹੈ। ਸਾਡੇ ਇੱਥੇ ਨੋਟਾਂ ਦੀ ਕੁਆਲਿਟੀ ਵਧੀਆ ਨਹੀਂ ਹੈ ਪੇਪਰ ਦੀ, ਇਸ ਕਰਕੇ ਲਾਈਫ ਘੱਟ ਹੈ। ਨੋਟ ਬਹੁਤ ਜਲਦੀ ਖਰਾਬ ਹੋ ਜਾਂਦੇ ਨੇ, ਵਰਤੋਂ ਦੇ ਲਾਇਕ ਨਹੀਂ ਰਹਿੰਦੇ, ਫਟ ਜਾਂਦੇ ਨੇ, ਇਸ ਕਰਕੇ ਬੈਂਕਾਂ 'ਚ ਜਮ੍ਹਾਂ ਕਰਾਉਣੇ ਪੈਂਦੇ ਨੇ। ਔਰ ਦੂਜੀ ਗੱਲ ਇਹ ਹੈ ਕਿ ਅਸੀਂ ਕਿੰਨੇ ਕੁ 2000 ਦੇ ਨੋਟ ਬਾਹਰ ਕਢਵਾ ਲਵਾਂਗੇ, ਕਿਉਂਕਿ ਇੱਕ ਲਿਮਿਟ ਹੈ ਕਿੰਨੀ ਕੁ ਬਲੈਕ ਮਨੀ ਬਾਹਰ ਕੱਢ ਲਵਾਂਗੇ। ਔਰ ਜੋ ਮਨੀ ਦਾ ਸਰਕੂਲੇਸ਼ਨ ਚਾਹੀਦਾ ਮਾਰਕੀਟ ਦੇ ਵਿੱਚ, ਐਕਸਪਰਟ ਮੰਨਦੇ ਨੇ ਹੋ ਸਕਦਾ ਅਸੀਂ ਡੈਫਿਸਿਟ ਫਾਈਨੈਂਸਿੰਗ ਵੱਲ ਵਧੀਏ, ਇਹ ਵੀ ਗੱਲ ਹੋ ਸਕਦੀ ਹੈ ਔਰ ਉਹਦਾ ਵੀ ਅਰਥ ਵਿਵਸਥਾ ਦੇ ਉੱਤੇ ਅਸਰ ਪੈ ਸਕਦਾ ਹੈ। ਔਰ ਨਾਲ ਇਲੈਕਸ਼ਨਸ ਡਿਊ ਨੇ 2024 ਦੀਆਂ, ਇਸ ਨੂੰ ਦੇਖਦੇ ਹੋਏ ਥੋੜੀ ਸਿਚੁਏਸ਼ਨ ਜ਼ਿਆਦਾ ਰਿਸਕੀ ਵੀ ਹੈ, ਰਿਸਪੌਂਸਿਬਿਲਿਟੀ ਵਾਲੀ ਵੀ ਹੈ। ਕੈਲਕੂਲੇਸ਼ਨਸ ਇਹ ਵੀ ਕਹਿ ਰਹੀਆਂ ਨੇ। ਫਾਈਨਲ ਵਰਡਸ ਤੁਹਾਡੇ ਕੋਲੋਂ ਚਾਹੁੰਦੇ ਹਾਂ ਕਿ ਇਹ ਸਾਰਾ ਜੋ ਫੈਸਲਾ ਹੈ ਇਹਦਾ ਕਿੰਨਾ ਕੁ ਪੋਜ਼ਿਟਿਵ ਤੇ ਕਿੰਨਾ ਕੁ ਨੈਗੇਟਿਵ ਅਸਰ ਪਏਗਾ, 2-4 ਲਾਈਨਾਂ ਦੇ ਵਿੱਚ ਇਹਨੂੰ ਸਮ ਅਪ ਕਰ ਦਿਓ ਪਲਾਈ ਸਾਹਿਬ। ਸੰਜੀਵ ਜੀ, ਨੋਟਬੰਦੀ ਜਦੋਂ ਵੀ ਕੀਤੀ ਗਈ ਆ ਦੇਸ਼ ਦੇ ਉੱਤੇ ਉਸ ਗੱਲ ਦਾ ਅਸਰ ਤਾਂ ਹੋਇਆ ਹੀ ਹੈ। ਹਾਂਜੀ, ਵੱਡੇ ਪੱਧਰ ਤੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ, ਭਾਵੇਂ ਦੇਸ਼ ਦੀ ਇਕਨੋਮੀ ਦੇ ਉੱਤੇ ਨਹੀਂ, ਪਰ ਸਰਕੂਲੇਸ਼ਨ ਜਦੋਂ ਪ੍ਰੋਪਰ ਤੌਰ ਤੇ ਅੱਗੋਂ ਨਹੀਂ ਹੋ ਸਕੇਗੀ ਤੇ ਲੋਕਾਂ ਦੇ ਵਿੱਚ ਇੱਕ ਅਜੀਬ ਕਿਸਮ ਦੀ ਦਹਿਸ਼ਤ ਜਿਹੜੀ ਆ ਉਹ ਦੇਖਣ ਨੂੰ ਮਿਲ ਸਕਦੀ ਆ ਵੀ ਨੋਟ ਨਹੀਂ ਮਿਲ ਰਹੇ, ਹੁਣ ਅਸੀਂ ਡਿਜੀਟਲ ਕਰ ਲਈਏ। ਡਿਜੀਟਲ ਕਰਨ ਵੇਲੇ ਬਹੁਤ ਸਾਰੀਆਂ ਦਿੱਕਤਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਏਗਾ। ਬੈਂਕਾਂ ਵਾਲੇ ਜਾਂ ਹੋਰ ਜਿਹੜੇ ਲੋਕ ਨੇ ਉਹ ਆਮ ਲੋਕਾਂ ਨੂੰ ਵੀ ਇਸ ਗੱਲ ਲਈ ਪ੍ਰੇਰਿਤ ਕੀ ਮਜਬੂਰ ਵੀ ਕਰਨਗੇ ਵੀ ਤੁਸੀਂ ਡਿਜੀਟਲਾਈਜੇਸ਼ਨ ਵੱਲ ਨੂੰ ਹੋਵੋ। ਤਾਂ ਮੇਰੀ ਸਮਝ ਵਿੱਚ ਸਰਕਾਰ ਦੀ ਮਨਸ਼ਾ ਵੀ ਕੁਝ ਇਸ ਕਿਸਮ ਦੀ ਹੈ ਕਿ ਉਹ ਇਸ ਨੋਟ ਨੂੰ ਬੰਦ ਕਰਕੇ ਡਿਜੀਟਲਾਈਜੇਸ਼ਨ ਵੱਲ ਨੂੰ ਅੱਗੋਂ ਕਦਮ ਵਧਾਉਣਾ ਚਾਹੁੰਦੀ ਹੈ। ਤੇ ਨਾਲ ਦੀ ਨਾਲ ਉਹਨਾਂ ਦੇ ਅਨੁਸਾਰ, ਮੇਰੇ ਅਨੁਸਾਰ ਨਹੀਂ, ਉਹਨਾਂ ਦੇ ਅਨੁਸਾਰ ਜਿਹੜੀ ਬਲੈਕ ਮਨੀ ਲੋਕਾਂ ਨਹੀਂ, ਵੱਡੇ ਕਾਰਪੋਰੇਟਾਂ ਦੇ ਕੋਲ ਜਾਂ ਵੱਡੇ ਵੱਡੇ ਲੋਕ ਨੇ ਉਹਨਾਂ ਦੇ ਕੋਲ ਦੱਬੀ ਪਈ ਆ, ਉਹਨੂੰ ਬਾਹਰ ਲਿਆਉਣਾ ਚਾਹੁੰਦੀ ਹੈ। ਤੇ ਤੀਜੀ ਗੱਲ ਜਿਹੜੀ ਅੰਦਰ ਛੁਪੀ ਹੋਈ ਹੈ, ਜਿਹੜੀ ਆਮ ਤੌਰ ਤੇ ਸਿਆਸੀ ਲੋਕਾਂ ਦੇ ਮਨਾਂ ਦੀ ਧੜਕਣ ਨੂੰ ਤੇਜ਼ ਕਰੇਗੀ ਔਰ ਉਹਨਾਂ ਲਈ ਫਾਇਦੇਮੰਦ ਵੀ ਹੋਏਗੀ। ਸਰਕਾਰ ਦਾ ਮੰਤਵ ਮੇਰੀ ਸਮਝ ਵਿੱਚ 2000 ਦੇ ਨੋਟ ਨੂੰ ਬੰਦ ਕਰਨ ਦਾ ਇਹ ਹੋ ਸਕਦਾ। ਪਹਿਲੀ ਗੱਲ ਇਹ ਕਿ ਉਹ ਡਿਜੀਟਲਾਈਜੇਸ਼ਨ ਵੱਲ ਨੂੰ ਅੱਗੇ ਵਧਣਾ ਚਾਹੁੰਦੀ ਹੈ। ਨੰਬਰ 2 ਤੇ ਜਿਹੜਾ ਬਲੈਕ ਮਨੀ ਹੈ ਉਸ ਨੂੰ ਬਾਹਰ ਲਿਆਉਣਾ ਚਾਹੁੰਦੀ ਹੈ। ਤੇ ਇਸ ਗੱਲ ਦੇ ਵਿੱਚ ਉਹ ਕਿੰਨੀ ਕਾਮਯਾਬ ਹੁੰਦੀ ਆ ਇਹ ਸਮਾਂ ਦੱਸੇਗਾ। ਪਰ ਨਾਲ ਦੀ ਨਾਲ ਇੱਕ ਗੱਲ ਇਹ ਹੈ ਕਿ ਪੁਰਾਣੀ ਨੋਟਬੰਦੀ ਦੇ ਜੋ ਨਤੀਜੇ ਸਾਹਮਣੇ ਆਏ ਸੀ, ਲੋਕਾਂ ਨੂੰ ਇਸ ਗੱਲ ਲਈ ਬਹੁਤ ਔਖਿਆਈ ਝੱਲਣੀ ਪਈ ਸੀ। ਸ਼ਾਇਦ ਉਹ ਗੱਲ ਹੁਣ ਉਸ ਢੰਗ ਦੀ ਨਾ ਹੋਵੇ, ਪਰ ਇਸ ਗੱਲ ਦੇ ਨਾਲ ਇਲੈਕਸ਼ਨ ਕਰਾਉਣ ਵਾਲੇ ਜਿਹੜੀ ਵੱਡੀਆਂ ਧਿਰਾਂ ਨੇ ਉਹਨਾਂ ਨੂੰ ਇਸ ਗੱਲ ਦਾ ਫੈਸਲਾ ਬਹੁਤ ਫਾਇਦਾ ਹੋਏਗਾ, ਕਿਉਂਕਿ ਕੁਝ ਹਿੱਸਾ ਜਿਹੜਾ ਹੈ ਉਹਨਾਂ ਦੀਆਂ ਜੇਬਾਂ ਦੇ ਵਿੱਚ ਵੀ ਜਾਏਗਾ। ਜੀ, ਇਹਦੇ ਸਿਆਸੀ ਫਾਇਦੇ ਵੀ ਹੋ ਸਕਦੇ ਨੇ, ਇਹਦੇ ਇਕਨੋਮੀ ਨੂੰ ਵੀ ਫਾਇਦੇ ਹੋ ਸਕਦੇ ਨੇ, ਨੁਕਸਾਨ ਵੀ ਹੋ ਸਕਦੇ ਨੇ। ਔਰ ਇੱਕ ਨਵੀਂ ਗੱਲ ਇਹਦੇ ਵਿੱਚੋਂ ਇਹ ਨਿਕਲਦੀ ਹੈ ਕਿ ਹੋ ਸਕਦਾ ਗਵਰਨਮੈਂਟ ਦੀ ਮਨਸ਼ਾ ਇਹ ਹੈ ਕਿ ਵੱਧ ਤੋਂ ਵੱਧ ਲੋਕ ਡਿਜੀਟਲ ਕਰੰਸੀ ਦਾ ਇਸਤੇਮਾਲ ਕਰਨ। ਥੈਂਕ ਯੂ ਸੋ ਮਚ ਪਲਾਈ ਸਾਹਿਬ, ਤੁਸੀਂ ਇਸ ਵਿਸ਼ੇ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ ਪਲਾਈ ਸਾਹਿਬ। ਦਰਸ਼ਕਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਆਪਣਾ ਵਿਚਾਰ ਸਾਨੂੰ ਇਨਬਾਕਸ ਕਰਨ ਇਸ ਸਬਜੈਕਟ ਦੇ ਉੱਤੇ, ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰਨ। ਸਤਿ ਸ਼੍ਰੀ ਅਕਾਲ।